हाँ जी स्टूडेंट्स, ਹੁਣ ਆਪਾਂ ਕਰਦੇ ਹਾਂ ਸੈਕੰਡ ਪਾਰਟਸ ਆਫ ਸਪੀਚ ਦਾ, ਜਿਹੜਾ ਕਿ ਹੈਗਾ ਪ੍ਰੋਨਾਊਨ। ਪ੍ਰੋਨਾਊਨ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਡੈਫੀਨੇਸ਼ਨ। ਅ ਪ੍ਰੋਨਾਊਨ ਇਜ਼ ਅ ਵਰਡ ਯੂਜ਼ਡ ਇਨ ਦਾ ਪਲੇਸ ਆਫ ਨਾਊਨ। ਨਾਊਨ ਦੀ ਜਗ੍ਹਾ 'ਤੇ ਆਉਣ ਵਾਲਾ ਜਿਹੜਾ ਨਾਊਨ ਨੂੰ ਰਿਪਲੇਸ ਕਰਦਾ ਵਰਡ, ਠੀਕ ਹੈ, ਉਹਨੂੰ ਆਪਾਂ ਕਹਾਂਗੇ ਪ੍ਰੋਨਾਊਨ। ਜਿੱਦਾਂ ਕਿ ਫੋਰ ਐਗਜ਼ਾਮਪਲ ਆਪਾਂ ਕਹਿ ਸਕਦੇ ਹਾਂ ਰਾਮ ਇਜ਼ ਅ ਗੁੱਡ ਬੋਏ, ਹੀ ਗੋਜ਼ ਟੂ ਸਕੂਲ ਡੇਲੀ। ਠੀਕ ਹੈ, ਆਰਾਮ ਨੂੰ ਕਿਹੜੇ ਵਰਡ ਨੇ ਰਿਪਲੇਸ ਕਰਤਾ? ਹੀ। ਠੀਕ ਹੈ, ਹੀ ਕੀ ਹੋ ਗਿਆ? ਪ੍ਰੋਨਾਊਨ। ਠੀਕ ਹੈ, ਇਹ ਸੀਗੀ ਇਹਦੀ ਇੱਕ ਛੋਟੀ ਜਿਹੀ ਐਗਜ਼ਾਮਪਲ। ਹੁਣ ਆਪਾਂ ਕਰਦੇ ਹਾਂ ਇਸ ਦੇ, ਇਹ ਹੈਗਾ 9 ਟਾਈਪਸ ਦਾ। ਠੀਕ ਹੈ, ਅਤੇ ਇਹਦੇ 9 ਟਾਈਪਸ 'ਚੋਂ ਫਸਟ ਪਾਰਟ ਕਿਹੜਾ ਇਸਦਾ? ਪਰਸਨਲ ਪ੍ਰੋਨਾਊਨ। ਪਰਸਨਲ ਪ੍ਰੋਨਾਊਨ ਦੇ ਵਿੱਚ ਆਪਾਂ ਕੀ ਕਹਾਂਗੇ? ਜਿਹੜਾ ਕਿ ਇੱਕ ਪਰਸਨ ਨੂੰ, ਠੀਕ ਹੈ, ਡੋਨੇਟ ਕਰਦਾ ਹੋਵੇ, ਜਾਂ ਆਪਾਂ ਕਹਿ ਸਕਦੇ ਹਾਂ ਕੋਈ ਵਰਡ ਜਿਹੜਾ ਕਿਸੇ ਪਰਸਨ ਨੂੰ ਪੁਰਸ਼ਵਾਚਕ ਆਪਾਂ ਕਹਿ ਸਕਦੇ ਹਾਂ। ਠੀਕ ਹੈ, ਪੜਨਾਮ। ਪ੍ਰੋਨਾਊਨ ਬੇਸਿਕਲੀ ਪੰਜਾਬੀ ਵਿੱਚ ਆਪਾਂ ਕੀ ਕਹਾਂਗੇ? ਪੜਨਾਮ। ਨਾਊਨ ਨੂੰ ਕਹਾਂਗੇ ਨਾਮ, ਅਤੇ ਪ੍ਰੋਨਾਊਨ ਹੁੰਦਾ ਪੜਨਾਮ। ਠੀਕ ਹੈ, ਪਰਸਨਲ ਪ੍ਰੋਨਾਊਨ ਯਾਨੀ ਕਿ ਪੁਰਸ਼ਵਾਚਕ ਪੜਨਾਮ। ਫੋਰ ਐਗਜ਼ਾਮਪਲ ਆਪਾਂ ਕਹਾਂਗੇ ਆਈ ਐਮ ਡੂਇੰਗ ਮਾਈ ਵਰਕ। ਠੀਕ ਹੈ, ਹੀ ਇਜ਼ ਅ ਡਾਕਟਰ, ਯੂ ਆਰ ਅ ਨਾਈਸ ਬੋਆਏ। ਇਹ ਸਾਰੀਆਂ ਐਗਜ਼ਾਮਪਲਸ ਦੇ ਵਿੱਚ ਆਈ ਐਮ ਡੂਇੰਗ ਮਾਈ ਵਰਕ ਦੇ ਵਿੱਚ ਆਈ ਕੌਣ ਹੋ ਗਿਆ? ਪਰਸਨਲ ਪ੍ਰੋਨਾਊਨ ਹੋ ਗਿਆ। ਠੀਕ ਹੈ, ਕਿਸੇ ਪਰਸਨ ਨੂੰ ਇੰਡੀਕੇਟ ਕਰਦਾ। ਠੀਕ ਹੈ, ਯੂ ਆਰ ਅ ਨਾਈਸ ਬੋਆਏ, ਯੂ ਕੀ ਹੋ ਗਿਆ? ਇੱਕ ਪਰਸਨ ਨੂੰ ਇੰਡੀਕੇਟ ਕਰਦਾ, ਇਹ ਹੋ ਗਿਆ ਪਰਸਨਲ ਪ੍ਰੋਨਾਊਨ। ਹੀ ਇਜ਼ ਅ ਡਾਕਟਰ, ਹੀ ਕੀ ਹੋ ਗਿਆ? ਪਰਸਨਲ ਪ੍ਰੋਨਾਊਨ ਹੋ ਗਿਆ। ਠੀਕ ਹੈ ਜੀ, ਇਹ ਸੀਗੀਆਂ ਆਪਣੇ ਐਗਜ਼ਾਮਪਲ ਪਰਸਨਲ ਪ੍ਰੋਨਾਊਨਸ ਦੀਆਂ। ਠੀਕ ਹੈ, ਪਰਸਨਲ ਪ੍ਰੋਨਾਊਨ ਵੀ 3 ਟਾਈਪਸ ਦਾ ਹੁੰਦਾ ਗਾ, ਫਸਟ ਪਰਸਨ, ਸੈਕਿੰਡ ਪਰਸਨ ਐਂਡ ਥਰਡ ਪਰਸਨ। ਫੋਰ ਐਗਜ਼ਾਮਪਲ ਆਪਾਂ ਗੱਲ ਕਰਦੇ ਹਾਂ, ਠੀਕ ਹੈ, ਕਿਸੇ ਪਰਸਨ ਦੀ ਆਈ ਐਮ ਵੈਰੀ ਕਾਇੰਡ। ਠੀਕ ਹੈ, ਉੱਥੇ ਫਸਟ ਪਰਸਨ ਕੌਣ ਹੋ ਗਿਆ? ਮੈਂ ਖੁਦ ਹੋ ਗਿਆ। ਠੀਕ ਹੈ, ਫਿਰ ਆਪਾਂ ਗੱਲ ਕਰਾਂਗੇ ਹੀ ਇਜ਼ ਅ ਗੁੱਡ ਬੋਆਏ, ਉਹ ਹੀ ਕੌਣ ਹੋ ਗਿਆ? ਸੈਕਿੰਡ ਪਰਸਨ ਹੋ ਗਿਆ। ਠੀਕ ਹੈ, ਸ਼ੀ ਤਾਂ ਥਰਡ ਪਰਸਨ ਹੋ ਗਿਆ। ਆਪਾਂ ਮੰਨ ਲਓ 2 ਪਰਸਨ ਗੱਲ ਕਰ ਰਹੇ ਹਾਂ। ਠੀਕ ਹੈ, ਆਪਾਂ ਉਹਦੇ ਵਿੱਚ ਕਿਸੇ ਤੀਜੇ ਦੀ ਗੱਲ ਕਰ ਰਹੇ ਹਾਂ, ਉਹਦੇ ਵਿੱਚ ਆਪਾਂ ਕਹਾਂਗੇ ਹੀ ਇਜ਼ ਅ ਗੁੱਡ ਬੋਆਏ। ਇਥ ਹੀ ਅਤੇ ਸ਼ੀ ਜਾਂ ਇਟ, ਉਹ ਸਾਰੀਆਂ ਚੀਜ਼ਾਂ ਥਰਡ ਪਰਸਨ ਹੋ ਗਈਆਂ। ਸੈਕਿੰਡ ਪਰਸਨ ਕੌਣ ਹੋ ਗਿਆ? ਯੂ ਆਰ ਅ ਗੁੱਡ ਪਰਸਨ। ਇੱਥੇ ਯੂ ਕੌਣ ਹੋ ਗਿਆ? ਸੈਕਿੰਡ ਪਰਸਨ। ਠੀਕ ਹੈ, ਸੋ ਹੁਣ ਆਪਾਂ ਸੈਕਿੰਡ ਪਾਰਟ ਦੀ ਗੱਲ ਕਰਦੇ ਹਾਂ। ਸੈਕਿੰਡ ਕੀ ਹੈ? ਰਿਫਲੈਕਸਿਵ ਪ੍ਰੋਨਾਊਨ। ਰਿਫਲੈਕਸਿਵ ਪ੍ਰੋਨਾਊਨ ਕਿਹੜਾ ਹੁੰਦਾ ਗਾ? ਵੈਨ ਦਾ ਐਕਸ਼ਨ ਡਨ ਬਾਈ ਦਾ ਸਬਜੈਕਟ ਟਰਨਸ ਬੈਕ ਅਪੋਨ ਦਾ ਸਬਜੈਕਟ। ਮਤਲਬ ਕਿ ਆਪਾਂ ਪੰਜਾਬੀ 'ਚ ਮੈਂ ਤੁਹਾਨੂੰ ਸਿੱਧਾ ਦੱਸ ਦਿੰਦਾ ਗਾ। ਮਤਲਬ ਕਿ ਜਿੱਦਾਂ ਮੈਂ ਕੋਈ ਕੰਮ ਕੀਤਾ, ਠੀਕ ਹੈ, ਤੁਸੀਂ ਕੋਈ ਕੰਮ ਕੀਤਾ ਆਪਣੇ ਆਪ, ਉਹ ਉੱਦਾਂ ਦਾ। ਠੀਕ ਹੈ, ਫੋਰ ਐਗਜ਼ਾਮਪਲ ਆਪਾਂ ਕਰਦੇ ਹਾਂ ਆਈ ਹਿਡ ਮਾਈ ਸੈਲਫ ਫਰੋਮ ਡਾਇਰੈਕਟ ਲਾਈਟ। ਮੈਂ ਆਪਣੇ ਆਪ ਨੂੰ ਲੁਕੋ ਲਿਆ, ਠੀਕ ਹੈ, ਸਿੱਧੀ ਧੁੱਪ ਤੋਂ। ਆਈ ਹਿਡ ਮਾਈ ਸੈਲਫ ਮਤਲਬ ਮੈਂ ਆਪਣੇ ਆਪ ਨੂੰ ਲੁਕੋ ਲਿਆ। ਉੱਥੇ ਮਾਈ ਸੈਲਫ ਕੀ ਹੈ? ਰਿਫਲੈਕਸਿਵ ਪ੍ਰੋਨਾਊਨ ਹੈ। ਯੂ ਹਰਟ ਯੂਅਰ ਸੈਲਫ, ਤੁਸੀਂ ਆਪਣੇ ਆਪ ਨੂੰ ਚੋਟ ਪਹੁੰਚਾਈ। ਯੂਅਰ ਸੈਲਫ ਕੀ ਹੈਗਾ? ਰਿਫਲੈਕਸਿਵ ਪ੍ਰੋਨਾਊਨ ਹੈਗਾ। ਹੀ ਹੈਲਪਡ ਮੀ ਹਿਮਸੈਲਫ, ਉਸਨੇ ਆਪਣੇ ਆਪ ਮੇਰੀ ਮਦਦ ਕੀਤੀ। ਇੱਥੇ ਹਿਮਸੈਲਫ ਕੀ ਹੈਗਾ? ਰਿਫਲੈਕਸਿਵ ਪ੍ਰੋਨਾਊਨ। ਠੀਕ ਹੈ, ਦ ਓਲਡ ਮੈਨ ਰਿਜ਼ਾਈਨਡ ਹਿਮਸੈਲਫ ਹਿਜ਼ ਲੋਟ। ਦ ਓਲਡ ਮੈਨ ਰਿਜ਼ਾਈਨਡ ਹਿਮਸੈਲਫ ਮਤਲਬ ਕਿ ਹਿਮਸੈਲਫ ਕੀ ਹੈ ਉੱਥੇ? ਰਿਫਲੈਕਸਿਵ ਪ੍ਰੋਨਾਊਨ। ਠੀਕ ਹੈ ਜੀ, ਸਮਝ ਆ ਗਈ ਸਾਰਿਆਂ ਨੂੰ? ਥਰਡ ਪਾਰਟ ਕਰਨ ਲੱਗੇ ਹਾਂ ਹੁਣ ਆਪਾਂ ਇੰਟੈਰੋਗੇਟਿਵ। ਇੰਟੈਰੋਗੇਟਿਵ ਮਤਲਬ ਕਿ ਸੇਮ ਜਿੱਦਾਂ ਆਪਾਂ ਸੈਂਟੈਂਸ ਦੇ ਵਿੱਚ ਕੀਤਾ ਸੀ, ਯਾਨੀ ਕਿ ਕੁਐਸਚਨ ਮਾਰਕ ਜਿਹਦੇ ਵਿੱਚ ਹੁੰਦਾ। ਠੀਕ ਹੈ, ਇੰਟੈਰੋਗੇਟਿਵ ਪ੍ਰੋਨਾਊਨਸ ਆਰ ਦੋਜ਼ ਵਿਚ ਆਰ ਯੂਜ਼ਡ ਟੂ ਆਸਕ ਕੁਐਸਚਨਸ, ਜਿਹੜੇ ਕੁਐਸਚਨ ਪੁੱਛਣ ਵਾਸਤੇ ਵਰਤੇ ਜਾਂਦੇ ਨੇ। ਠੀਕ ਹੈ, ਫੋਰ ਐਗਜ਼ਾਮਪਲ ਵਾਟ ਡੂ ਯੂ ਲਾਈਕ, ਤੁਹਾਨੂੰ ਕੀ ਪਸੰਦ ਹੈ? ਵਟ ਕੀ ਹੈ ਇੱਥੇ? ਠੀਕ ਹੈ, ਇੰਟੈਰੋਗੇਟਿਵ ਪ੍ਰੋਨਾਊਨ ਹੈ। ਹੂ ਕਾਲਡ ਯੂ ਮਤਲਬ ਕਿ ਕਿਹਨੇ ਤੁਹਾਨੂੰ ਕਾਲ ਕੀਤੀ? ਹੂ ਕੀ ਹੈ ਇੱਥੇ? ਇੰਟੈਰੋਗੇਟਿਵ। ਅਤੇ ਹੂਮ ਡੂ ਯੂ ਲਵ, ਤੁਸੀਂ ਕਿਸ ਨੂੰ ਪਸੰਦ ਕਰਦੇ ਹੋ, ਕਿਸ ਨੂੰ ਪਿਆਰ ਕਰਦੇ ਹੋ? ਹੂਮ ਕੀ ਹੈ ਇੱਥੇ? ਇੰਟੈਰੋਗੇਟਿਵ ਪ੍ਰੋਨਾਊਨ ਹੈ। ਠੀਕ ਹੈ ਜੀ, ਹੁਣ ਆਪਾਂ ਫੋਰਥ ਪਾਰਟ ਕਰਦੇ ਹਾਂ ਡਿਮੋਨਸਟ੍ਰੇਟਿਵ ਪ੍ਰੋਨਾਊਨ। ਡਿਮੋਨਸਟ੍ਰੇਟਿਵ ਪ੍ਰੋਨਾਊਨ ਇਜ਼ ਦਾ ਵਨ ਦੈਟ ਪੁਆਇੰਟਸ ਟੂ ਦਾ ਨਾਊਨ ਦੈਟ ਇਟ ਇਜ਼ ਰਿਪਲੇਸਿੰਗ। ਮਤਲਬ ਜਿਹੜੇ ਨਾਊਨ ਨੂੰ ਰਿਪਲੇਸ ਕਰਦਾ ਉਹਦੇ ਵੱਲ ਪੁਆਇੰਟ ਕਰਦਾ ਗਾ। ਫੋਰ ਐਗਜ਼ਾਮਪਲ ਦਿਸ ਇਜ਼ ਅ ਨਾਈਸ ਬੁੱਕ। ਠੀਕ ਹੈ, ਮਤਲਬ ਆਪਾਂ ਕਿਸੇ ਬੁੱਕ ਦਾ ਨਾਮ ਲੈ ਰਹੇ ਹਾਂ। ਠੀਕ ਹੈ, ਦਿਸ ਇਜ਼ ਅ ਬੁੱਕ। ਠੀਕ ਹੈ, ਆਪਾਂ ਕਿਸੇ ਬੁੱਕ ਵੱਲ ਇਸ਼ਾਰਾ ਕਰਕੇ ਕਹਿ ਰਹੇ ਹਾਂ ਦਿਸ ਇਜ਼ ਅ ਨਾਈਸ ਬੁੱਕ। ਆਪਾਂ ਕਿਸੇ ਘਰ ਵੱਲ ਇਸ਼ਾਰਾ ਕਰਕੇ ਕਹਿ ਰਹੇ ਹਾਂ ਦੈਟ ਇਜ਼ ਮਾਈ ਹਾਊਸ। ਠੀਕ ਹੈ, ਅਤੇ ਕਿਸੇ 3 ਪਰਸਨਸ ਖੜ੍ਹੇ ਨੇ, ਠੀਕ ਹੈ, ਆਪਾਂ ਉਹਨਾਂ ਵੱਲ ਇਸ਼ਾਰਾ ਕਰਕੇ ਕਹਿ ਰਹੇ ਹਾਂ ਦੀਜ਼ ਆਰ ਮਾਈ ਫਰੈਂਡਸ ਜਾਂ ਦੀਜ਼ ਆਰ ਮਾਈ ਕਲਾਸ ਫੈਲੋਜ਼। ਉੱਥੇ ਦਿਸ ਇਜ਼ ਅ ਨਾਈਸ ਬੁੱਕ ਦੇ ਵਿੱਚ ਦਿਸ ਕੀ ਹੈਗਾ? ਡਿਮੋਨਸਟ੍ਰੇਟਿਵ ਪ੍ਰੋਨਾਊਨ। ਠੀਕ ਹੈ, ਸੰਕੇਤ ਆਪਾਂ ਕਹਿ ਦਿੰਦੇ ਹਾਂ ਵੀ ਸੰਕੇਤ ਕਰਦਾ। ਠੀਕ ਹੈ, ਉਹ ਅਤੇ ਦੈਟ ਇਜ਼ ਮਾਈ ਹਾਊਸ ਦੇ ਵਿੱਚ ਦੈਟ ਕੀ ਹੈਗਾ? ਡਿਮੋਨਸਟ੍ਰੇਟਿਵ ਪ੍ਰੋਨਾਊਨ ਹੈਗਾ। ਦੀਜ਼ ਆਰ ਮਾਈ ਕਲਾਸ ਫਰੈਂਡਸ ਜਾਂ ਕਲਾਸ ਫੈਲੋਜ਼, ਦੀਜ਼ ਦੇ ਵਿੱਚ ਉਹਦੇ ਵਿੱਚ ਦੀਜ਼ ਕੀ ਹੈ? ਡਿਮੋਨਸਟ੍ਰੇਟਿਵ ਪ੍ਰੋਨਾਊਨ ਹੈ। ਠੀਕ ਹੈ ਜੀ, ਫਿਫਥ ਪਾਰਟ ਕਰਦੇ ਹਾਂ ਆਪਾਂ ਰੈਲੇਟਿਵ ਪ੍ਰੋਨਾਊਨ। ਰੈਲੇਟਿਵ ਬੱਚੇ ਕੀ ਹੁੰਦਾ ਹੈਗਾ?
ਰਿਲੇਟਿਵ ਯਾਨੀ ਕਿ ਰਿਲੇਸ਼ਨ ਇੰਡੀਕੇਟ ਕਰਦਾ, ਠੀਕ ਹੈ। ਹੁਣ ਆਪਾਂ ਫੋਰ ਐਗਜ਼ਾਮਪਲ ਆਪਾਂ ਲੈ ਲਿਆ ਆਈ ਨੋ ਦਾ ਬੋਏ ਹੂ ਹੈਜ਼ ਸਟੂਡ ਫਸਟ, ਮਤਲਬ ਮੈਂ ਉਹ ਪਰਸਨ ਨੂੰ ਜਾਣਦਾ ਜਿਹੜਾ ਫਸਟ ਪੋਜੀਸ਼ਨ 'ਤੇ ਆਇਆ, ਠੀਕ ਹੈ। ਹੂ ਕਿ ਆਈ ਨੋ ਦਾ ਬੋਏ ਹੂ ਹੈਜ਼ ਸਟੂਡ ਫਸਟ। ਫੋਰ ਇੱਕ ਹੋਰ ਐਗਜ਼ਾਮਪਲ ਲੈ ਲੈਂਦੇ ਆਪਾਂ ਦਾ ਪਲੇਅਰਸ ਹੂਮ ਯੂ ਮੀਟ ਆਰ ਦਾ ਬੈਸਟ, ਦਾ ਪਲੇਅਰਸ ਜਿਨ੍ਹਾਂ ਨੂੰ ਤੁਸੀਂ ਮਿਲੋਗੇ, ਠੀਕ ਹੈ, ਉਹ ਬੈਸਟ ਪਰਸਨਸ ਨੇ, ਠੀਕ ਹੈ। ਹੂਮ ਯੂ ਮੀਟ ਜਾਂ ਜਿਨ੍ਹਾਂ ਨੂੰ ਤੁਸੀਂ ਮਿਲੇ ਹੋ, ਠੀਕ ਹੈ। ਹੀ ਬਰੋਕ ਦਾ ਪੈਨ ਵਿਚ ਹੀ ਬੋਟ ਯੈਸਟਰਡੇ, ਉਹਨੇ ਉਹ ਪੈਨ ਤੋੜਤਾ ਜਿਹੜਾ ਉਹਨੇ ਕੱਲ੍ਹ ਲਿਆਂਦਾ ਸੀਗਾ, ਠੀਕ ਹੈ, ਕੱਲ੍ਹ ਖਰੀਦਿਆ ਸੀ। ਇਸ ਮਤਲਬ ਇੱਦਾਂ ਦੇ ਜਿਹੜੇ ਹੂ ਵਿੱਚ ਦੈਟ ਜਿਹੜੇ ਕਿ ਜੋੜਦੇ ਨੇ, ਠੀਕ ਹੈ, ਬਟ ਰਿਲੇਸ਼ਨ ਤਾਂ ਇੰਡੀਕੇਟ ਕਰਦੇ ਨੇ ਕਿ ਜਿਹੜਾ ਉਹਨਾਂ ਨੇ ਪਹਿਲਾਂ ਲਿਆਂਦਾ ਸੀ, ਠੀਕ ਹੈ, ਜਿਹੜਾ ਉਸਨੇ ਜਿਹਨਾਂ ਨੂੰ ਤੁਸੀਂ ਕੱਲ੍ਹ ਮਿਲੋਗੇ ਜਿਹੜਾ ਪਹਿਲੇ ਨੰਬਰ 'ਤੇ ਆਇਆ, ਠੀਕ ਹੈ। ਮਤਲਬ ਇੱਥੇ ਕੀ ਇਹ ਸਾਰੇ ਇੰਡੀਕੇਟ ਕਿਹਨੂੰ ਕਰਦੇ ਨੇਗੇ, ਰਿਲੇਟਿਵ ਪ੍ਰੋਨਾਊਨ ਨੂੰ, ਠੀਕ ਹੈ। ਰਿਲੇਟਿਵ ਪ੍ਰੋਨਾਊਨ ਵੈਸੇ ਕੀ ਕੰਮ ਕਰਦੇ ਨੇ, ਹੈ ਨਾ, ਐਜ਼ ਅ ਕੰਜੰਕਸ਼ਨ, ਕਿਉਂਕਿ ਆਪਾਂ ਦੇਖਿਆ ਹੈਗਾ ਕਿ ਹੀ ਬਰੋਕ ਦਾ ਪੈਨ ਵਿੱਚ ਹੀ ਬੋਟ ਯੈਸਟਰਡੇ, ਇੱਥੇ ਉਸਨੇ ਕੰਜੰਕਸ਼ਨ ਦਾ ਕੰਮ ਵੀ ਕੀਤਾ, ਠੀਕ ਹੈ। ਫਿਰ ਉਸ ਤੋਂ ਬਾਅਦ ਸਬਜੈਕਟ ਆਬਜੈਕਟ ਦਾ ਕੰਮ ਤਾਂ ਇਹ ਕਰਦੇ ਹੀ ਨੇ, ਠੀਕ ਹੈ। ਚਲੋ ਹੁਣ ਆਪਾਂ ਨੈਕਸਟ ਕਰਦੇ ਹਾਂ, ਠੀਕ ਹੈ। ਰਿਲੇਟਿਵ ਤੋਂ ਬਾਅਦ ਕੀ ਹੈ, ਡਿਸਟਰੀਬਿਊਟਿਵ ਪ੍ਰੋਨਾਊਨ। ਡਿਸਟਰੀਬਿਊਟਿਵ ਪ੍ਰੋਨਾਊਨ ਰੈਫਰ ਟੂ ਅ ਪਰਸਨ ਔਰ ਥਿੰਗਸ ਇੰਡੀਵਿਜੂਅਲੀ ਨੋਰ ਕਲੈਕਟਿਵਲੀ ਐਟ ਅ ਟਾਈਮ। ਇੰਡੀਵਿਜੂਅਲੀ ਡਿਸਟਰੀਬਿਊਟਿਵ ਮਤਲਬ ਇਕੱਲੇ ਦਾ, ਠੀਕ ਹੈ। ਆਪਾਂ ਨੂੰ ਦੱਸਦਾ ਜਿੱਦਾਂ ਹੁਣ ਆਪਾਂ ਕਲੈਕਟਿਵਲੀ ਗੱਲ ਕਰਦੇ ਹਾਂ, ਠੀਕ ਹੈ, ਕਲੈਕਟਿਵਲੀ ਗੱਲ ਨਹੀਂ ਕਰੂਗਾ ਇਹ ਡਿਸਟਰੀਬਿਊਟਿਵ ਪ੍ਰੋਨਾਊਨ ਹੈ ਜਿਹੜਾ, ਇਹ ਇਕੱਲੇ ਦੀ ਗੱਲ ਕਰੂਗਾ। ਫੋਰ ਐਗਜ਼ਾਮਪਲ ਜਿੱਦਾਂ ਆਪਾਂ ਯੂਜ਼ ਕਰਦੇ ਹਾਂ ਈਚ, ਈਦਰ, ਨੀਦਰ, ਨੌਰ, ਠੀਕ ਹੈ, ਨਨ, ਮਤਲਬ ਕਿਸੇ ਇੱਕ ਪਰਸਨ ਦੀ ਆਪਾਂ ਗੱਲ ਕਰਦੇ ਹਾਂ। ਫੋਰ ਜਿੱਦਾਂ ਆਪਾਂ ਕਿ ਈਚ ਆਫ ਦਾ ਗਰਲਜ਼ ਗੋਟ ਅ ਪ੍ਰਾਈਜ਼, ਮਤਲਬ ਕਿ ਪੰਜਾਬੀ ਦੇ ਵਿੱਚ ਸਮਝਾਈਏ ਤਾਂ ਹਰ ਇੱਕ ਕੁੜੀ ਨੂੰ ਪ੍ਰਾਈਜ਼ ਮਿਲਿਆ, ਹਰ ਇੱਕ ਇਕੱਲੇ ਦੀ ਗੱਲ ਹੋ ਗਈ ਨਾ। ਈਚ ਆਫ ਦਾ ਗਰਲਜ਼ ਗੋਟ ਅ ਪ੍ਰਾਈਜ਼, ਈਚ ਕੀ ਹੈ ਇੱਥੇ, ਡਿਸਟਰੀਬਿਊਟਿਵ ਪ੍ਰੋਨਾਊਨ ਹੈ। ਹੁਣ ਆਪਾਂ ਕਹਾਂਗੇ ਨੋ ਵਨ ਕੈਨ ਜਾਂ ਨਨ ਕੈਨ ਐਸਕੇਪ ਡੈਥ, ਨਨ ਮਤਲਬ ਕੋਈ ਵੀ ਮੌਤ ਤੋਂ ਨਹੀਂ ਬਚ ਸਕਦਾ, ਠੀਕ ਹੈ, ਨਨ ਕੋਈ ਵੀ ਜਾਂ ਨਨ, ਠੀਕ ਹੈ। ਇੱਥੇ ਕੀ ਹੈਗਾ, ਡਿਸਟਰੀਬਿਊਟਿਵ ਪ੍ਰੋਨਾਊਨ, ਕਿਸੇ ਇੱਕ ਪਰਸਨ ਦੀ ਗੱਲ ਹੋਈ ਹੈ ਨਾ, ਕੋਈ ਵੀ ਇੱਕ ਵੀ ਜਾਣਾ ਮਤਲਬ ਮੌਤ ਤੋਂ ਐਸਕੇਪ ਨਹੀਂ ਕਰ ਸਕਦਾ, ਬਚ ਨਹੀਂ ਸਕਦਾ, ਠੀਕ ਹੈ। ਅਤੇ ਇੱਕ ਹੋਰ ਐਗਜ਼ਾਮਪਲ ਹੈ ਤੁਹਾਨੂੰ ਦੱਸ ਦਿੰਦਾ ਮੈਂ, ਈਚ ਆਫ ਦੀਜ਼ ਆਈਟਮ ਕੋਸਟਸ ₹10, ਮਤਲਬ ਕਿ ਹਰ ਇੱਕ ਇਕੱਲੀ ਆਈਟਮ ਦੀ ਜਿਹੜੀ ਪ੍ਰਾਈਸ ਹੈ ਉਹ 10 ਰੁਪੀਜ਼ ਹੈ, ਠੀਕ ਹੈ, ਮਤਲਬ ਇਕੱਲੇ ਦੀ ਗੱਲ ਹੋ ਰਹੀ ਹੈ ਨਾ। ਸੋ ਇਹ ਸੀ ਆਪਣਾ ਡਿਸਟਰੀਬਿਊਟਿਵ ਪ੍ਰੋਨਾਊਨ। ਨੈਕਸਟ ਪਾਰਟ ਆਪਾਂ ਕਰਦੇ ਹਾਂ ਇੰਡੈਫੀਨੇਟ ਪ੍ਰੋਨਾਊਨ। ਇੰਡੈਫੀਨੇਟ ਪ੍ਰੋਨਾਊਨ ਬੱਚੇ ਕੀ ਹੁੰਦਾ ਹੈਗਾ, indefinite pronoun are called indefinite because they do not specify or indicate the things or pronoun which they refer। ਇੰਡੈਫੀਨੇਟ ਉਹਨਾਂ ਨੂੰ ਕਿਉਂ ਕਿਹਾ ਜਾਂਦਾ ਹੈ, ਕਿਉਂਕਿ ਉਹ ਸਪੈਸੀਫਾਈ ਨਹੀਂ ਕਰਦੇ ਜਾਂ ਇੰਡੀਕੇਟ ਨਹੀਂ ਕਰਦੇ ਜਿਸ ਨੂੰ ਉਹ ਰੈਫਰ ਕਰ ਰਹੇ ਹੁੰਦੇ ਨੇ। ਮਤਲਬ ਕਿ ਅਨਿਸ਼ਚੈਵਾਚਕ ਪੜਨਾਮ ਜਿਹੜੇ ਆਪਾਂ ਪੜ੍ਹਦੇ ਹੁੰਦੇ ਹਾਂ, ਕੋਈ ਨਿਸ਼ਚਿਤ ਵਿਅਕਤੀ ਜਾਂ ਵਸਤੂ ਮਤਲਬ ਜਿਹਤੋਂ ਪ੍ਰਗਟ ਹੋਵੇ, ਠੀਕ ਹੈ, ਉਹਨਾਂ ਨੂੰ ਆਪਾਂ ਕਹਾਂਗੇ ਇੰਡੈਫੀਨੇਟ ਪ੍ਰੋਨਾਊਨਸ, ਠੀਕ ਹੈ। ਮਤਲਬ ਕਿ ਫੋਰ ਐਗਜ਼ਾਮਪਲ ਆਪਾਂ ਕਹਾਂਗੇ ਨੋਬਡੀ ਲਾਈਕਡ ਦਾ ਆਈਡੀਆ, ਨੋਬਡੀ ਯਾਨੀ ਕਿ ਕੋਈ ਵੀ, ਕਿਸੇ ਨੂੰ ਵੀ ਪਸੰਦ ਨਹੀਂ ਆਇਆ, ਠੀਕ ਹੈ, ਕਿਸੇ ਨੂੰ ਵੀ ਕੋਈ ਆਈਡੀਆ ਪਸੰਦ ਨਹੀਂ ਆਇਆ। ਹੁਣ ਆਪਾਂ ਇੱਕ ਹੋਰ ਪੜ੍ਹਾਂਗੇ ਫੋਰ ਐਗਜ਼ਾਮਪਲ ਮੈਨੀ ਵਰ ਕਿਲਡ ਇਨ ਦਾ ਸੁਨਾਮੀ, ਮਤਲਬ ਬਹੁਤ ਜ਼ਿਆਦਾ ਲੋਕ ਮਰ ਗਏ ਸੁਨਾਮੀ ਦੇ ਵਿੱਚ। ਹੁਣ ਨੋਬਡੀ ਮਤਲਬ ਕਿਸੇ ਨੂੰ ਨਹੀਂ ਪਸੰਦ ਆਇਆ, ਇਹਦੇ 'ਚ ਕੋਈ ਪਰਸਨ ਤਾਂ ਇੰਡੀਕੇਟ ਨਹੀਂ ਹੋਇਆ ਨਾ, ਮਤਲਬ ਕਿਸੇ ਖਾਸ ਪਰਸਨ ਦੀ ਗੱਲ ਹੋਈ ਵੀ ਨਹੀਂ, ਹੈ ਨਾ, ਕਿ ਆਪਾਂ ਕੋਈ ਪਾਰਟੀਕੂਲਰ ਇੰਡੀਕੇਟ ਕਰਦੇ ਕਿ ਹਾਂ ਇਹ ਬੰਦੇ ਨੂੰ ਪਸੰਦ ਆ ਗਈ, ਇਹਨੂੰ ਨਹੀਂ ਆਈ, ਠੀਕ ਹੈ। ਇੱਦਾਂ ਹੀ ਮੈਨੀ ਵਰ ਕਿਲਡ ਇਨ ਸੁਨਾਮੀ, ਮਤਲਬ ਬਹੁਤ ਜ਼ਿਆਦਾ ਮਰ ਗਏ, ਕੋਈ ਗਿਣਤੀ ਨਹੀਂ ਇਹਦੇ ਵਿੱਚ ਦੱਸਿਆ ਹੋਇਆ ਵੀ ਹਾਂ ਕਿੰਨੇ ਮਰ ਗਏ ਜਾਂ ਕਿੰਨੀ ਡਿਟੇਲ ਆ, ਕੋਈ ਡਿਟੇਲ ਨਹੀਂ ਇਹਦੇ ਵਿੱਚ, ਠੀਕ ਹੈ। ਇੱਕ ਹੋਰ ਐਗਜ਼ਾਮਪਲ ਫੋਰ ਤੁਹਾਨੂੰ ਮੈਂ ਦੱਸ ਦਿੰਦਾ, ਸਮਬਡੀ ਹੈਜ਼ ਸਟੋਲਨ ਹਿਜ਼ ਬੁੱਕਸ, ਮਤਲਬ ਕਿ ਕਿਸੇ ਨੇ ਇਸ ਦੀਆਂ ਬੁੱਕਸ ਚੁਰਾ ਲਈਆਂ। ਉਹ ਸਮਬਡੀ ਕੌਣ ਹੈ ਆਪਾਂ ਨੂੰ ਨਹੀਂ ਨਾ ਪਤਾ, ਮਤਲਬ ਕਿ ਅਨਿਸ਼ਚਾ ਹੈ, ਠੀਕ ਹੈ, ਮਤਲਬ ਕਿਸੇ ਪਰਸਨ ਦਾ ਕੋਈ ਪਾਰਟੀਕੂਲਰ ਡਿਟੇਲ ਨਹੀਂ ਹੈਗੀ ਉਹਦੇ ਵਿੱਚ, ਠੀਕ ਹੈ। ਫਿਊ ਰੀਅਲਾਈਜ਼ ਦੇਅਰ ਮਿਸਟੇਕ, ਬਹੁਤ ਘੱਟ ਲੋਕ ਆਪਣੀ ਮਿਸਟੇਕ ਨੂੰ ਮਤਲਬ ਕਿ ਗਲਤੀ ਦਾ ਅਹਿਸਾਸ ਹੁੰਦਾ, ਠੀਕ ਹੈ, ਰੀਅਲਾਈਜ਼ ਹੁੰਦਾ ਗਾ, ਬਹੁਤ ਘੱਟ, ਯਾਨੀ ਕਿ ਉਹਦੇ ਵਿੱਚ ਕੋਈ ਗਿਣਤੀ ਨਹੀਂ, ਕੋਈ ਡਿਟੇਲ ਨਹੀਂ ਹੈਗੀ, ਹੈ ਨਾ। ਆਲ ਟਰਨਡ ਅਗੇਂਸਟ ਹਿਮ, ਸਾਰੇ ਜਾਣੇ ਉਹਦੇ ਵਿਰੋਧੀ ਹੋ ਗਏ, ਸਾਰੇ ਦੇ ਵਿੱਚ ਵੀ ਕੋਈ ਡਿਟੇਲ ਨਹੀਂ ਹੈਗੀ ਕਿ ਹਾਂ ਕਿੰਨੇ ਜਾਣੇ ਹੋ ਗਏ, ਕੌਣ ਹੋ ਗਿਆ, ਠੀਕ ਹੈ। ਮਤਲਬ ਇੱਦਾਂ ਅਨਿਸ਼ਚੈਵਾਚਕ ਪੜਨਾਮ ਕਹਿ ਲਓ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਕਿਹਨੂੰ ਇੰਡੀਕੇਟ ਕਰਦੀਆਂ ਨੇ, ਇੰਡੈਫੀਨੇਟ ਪ੍ਰੋਨਾਊਨ। ਅਤੇ ਹੁਣ ਆਪਣਾ ਨੈਕਸਟ ਪਾਰਟ ਜਿਹੜਾ 8th ਪਾਰਟ ਹੈਗਾ ਰੈਸੀਪ੍ਰੋਕਲ ਪ੍ਰੋਨਾਊਨ। ਰੈਸੀਪ੍ਰੋਕਲ ਪ੍ਰੋਨਾਊਨਸ ਵਿਚ ਆਰ ਕਾਲਡ ਕੰਪਾਊਂਡ ਪ੍ਰੋਨਾਊਨਸ, ਇਹਨਾਂ ਨੂੰ ਕੰਪਾਊਂਡ ਪ੍ਰੋਨਾਊਨਸ ਵੀ ਕਿਹਾ ਜਾਂਦਾ, ਠੀਕ ਹੈ। ਥੀਜ਼ ਆਰ ਫੋਰਮਡ ਬਾਏ ਜੁਆਇਨਿੰਗ 2 words ਟੂ ਸ਼ੋ ਮਿਊਚੁਅਲ ਰਿਲੇਸ਼ਨਸ਼ਿਪ, 2 words ਨੂੰ ਜੋੜ ਕੇ ਬਣਦਾ, ਠੀਕ ਹੈ, ਅਤੇ ਮਿਊਚੁਅਲ ਰਿਲੇਸ਼ਨਸ਼ਿਪ ਸ਼ੋਅ ਕਰਦਾ ਗਾ। ਯਾਨੀ ਕਿ ਆਪਾਂ ਜਿੱਦਾਂ ਕਈ ਵਰਡ ਹੁੰਦੇ ਨੇ ਇਕੱਲੇ ਨਹੀਂ ਯੂਜ਼ ਕਰਦੇ, ਆਪਾਂ 2 ਵਰਡ ਯੂਜ਼ ਇਕੱਠੇ ਕਰਦੇ ਹਾਂ। ਫੋਰ ਐਗਜ਼ਾਮਪਲ ਆਪਾਂ ਕਰਦੇ ਹਾਂ ਈਚ ਅਦਰ ਜਾਂ ਵਨ ਅਨਦਰ, ਠੀਕ ਹੈ। ਫੋਰ ਐਗਜ਼ਾਮਪਲ ਆਪਾਂ ਤੁਹਾਨੂੰ ਇੱਕ ਸੈਂਟੈਂਸ ਆਪਾਂ ਲਈਏ, ਬੋਥ ਦਾ ਸਿਸਟਰਸ ਲਵ ਈਚ ਅਦਰ,
ठीक है, दोनों भैणां एक दूजे नूं बहुत प्यार करदियां ने, ठीक है। ऑल द स्टूडेंट्स ऑफ माई क्लास हैल्प वन एनदर, मेरी क्लास के सारे स्टूडेंट एक दूजे की मदद करते हैं, ठीक है। इत्थे ईच अदर एंड वन एनदर ये की ने गे रेसीप्रोकल प्रोनाउन ने, ठीक है। सो इदां दी एग्जाम्पलां अपने कोल होर भी ने। हुण आपां 9th पार्ट करते हैं एम्फैटिक प्रोनाउन बच्चे किहड़े हुंदे ने? प्रोनाउन विच आर यूज टू ले एम्फेसिस आर कॉल्ड एम्फैटिक प्रोनाउनस, मतलब कि ਜਿਹੜੇ ਸੈਲਫ ਜਿਨ੍ਹਾਂ ਦੇ ਪਿੱਛੇ ਸੈਲਫ ਲੱਗ ਜੇ, ਠੀਕ ਹੈ। ਆਪਾਂ ਹੁਣ ਜਿੱਦਾਂ ਫੋਰ ਐਗਜ਼ਾਮਪਲ ਤੁਹਾਨੂੰ ਮੈਂ ਦੱਸਦਾ ਵੀ ਜਿੱਦਾਂ ਹਿਮ ਦੇ ਨਾਲ ਹਿਮ ਸੈਲਫ ਲੱਗ ਗਿਆ, ਠੀਕ ਹੈ। ਹਰ ਦੇ ਨਾਲ ਹਰ ਸੈਲਫ ਲੱਗ ਗਿਆ, ਦੈਮ ਦੇ ਨਾਲ ਦੈਮ ਸੈਲਫ ਲੱਗ ਗਿਆ, ਇਟ ਦੇ ਨਾਲ ਇਟ ਸੈਲਫ ਲੱਗ ਗਿਆ, ਠੀਕ ਹੈ। ਉਹ ਚੀਜ਼ਾਂ ਜਿਹੜੇ ਪ੍ਰੋਨਾਊਨ ਦੇ ਵਿੱਚ ਆਉਂਦੀਆਂ ਨੇ ਐਗਜ਼ਾਮਪਲਸ ਦੇ ਵਿੱਚ, ਹੈ ਨਾ। ਹੁਣ ਤੁਹਾਨੂੰ ਐਗਜ਼ਾਮਪਲਸ ਦੱਸਦਾ ਮੈਂ, ਠੀਕ ਹੈ। ਜਿੱਦਾਂ ਆਈ ਮਾਈ ਸੈਲਫ ਵਾਸ਼ ਮਾਈ ਕਲੋਥਸ, आई माई सैल्फ मैं खुद अपने कपड़े धोंदा हाँ, माई सैल्फ की हो गया इत्थे एम्फैटिक प्रोनाउन हो गया। गांधी जी हिम सैल्फ डिड ऑल हिस वर्क, गांधी जी ने अपने आप अपना सारा काम किया। गणेश हिम सैल्फ रोड द ऐसे, ठीक है। गणेश ने की किया? अपना ऐसे आप राइट किया, ठीक है। दे दैम सैल्फ सरेंडर्ड बिफोर द पुलिस, उन्होंने अपने आप नूं पुलिस दे अगे सरेंडर करता। दैम सैल्फ हर सैल्फ हिम सैल्फ मतलब माई सैल्फ, ठीक है। इट सैल्फ, ये सारे की ने एम्फैटिक प्रोनाउंस ने, ठीक है। सो स्टूडेंट्स ये सीगे अपने प्रोनाउंस, ठीक है। इन्हां नूं तुसीं एक बार रिवीजन कर लिओ, ठीक है। थैंक यू।